ਅਸੀਂ 1 ਮਹੀਨਾ ਇਹਨੂੰ ਚਲਾਇਆ ਟਰੈਕਟਰ ਨੂੰ। ਅਸੀਂ ਇਹਦੇ ਤੇ 300 350 ਤੋੜਾ ਵਾਹਨ ਚ ਪਾ ਕੇ 600 ਮਣ ਵਜ਼ਨ ਪਾ ਕੇ ਕੱਢਿਆ। ਜਿੱਥੇ 85 ਰੂਸੀ ਛੱਡ ਜਾਂਦੇ ਸੀ ਉੱਥੇ ਕੱਢ ਕੇ ਲੈ ਆਉਂਦਾ। ਭਾਈਜਾਨ ਜਿਹੜਾ ਆਪਣਾ ਅਲਗਾਜ਼ੀ ਅੱਗੇ 65 ਹਾਰਸ ਪਾਵਰ ਚੱਲ ਰਿਹਾ ਹੈ, ਇਹ ਹੈਡ ਗੈਸਕਟ ਕਿਉਂ ਸਾੜਦਾ ਹੈ? ਉਹ ਅਲਗਾਜ਼ੀ ਮੈਂ 14 ਸਾਲ ਵਾਇਆ, 7 ਸਾਲ ਪਹਿਲੂ ਲੈ ਕੇ ਵਾਇਆ, ਫਿਰ ਨਵਾਂ ਲਿਆ, ਫਿਰ 7 ਸਾਲ ਵਾਇਆ। ਇਹ ਅਲਗਾਜ਼ੀ ਮੈਨੂੰ ਤੇ ਇੱਥੋਂ ਹੀ ਹੈ ਵੀ ਇਹ ਜਿਹੜਾ ਹੈ ਨਾ ਅੱਗੋਂ ਮਗਰ ਵਜ਼ਨ ਪਾਈ ਉੱਠਦਾ ਕਿਉਂ? ਉਹਨੇ ਆ ਕੇ ਵੇਖਿਆ, ਉਹਨੇ ਟਰੈਕਟਰ ਤੇ ਮੈਨੂੰ ਇੱਕ ਸਵਾਲ ਕੀਤਾ, ਉਹ ਕਰ ਮੀਆਂ ਤੂੰ ਉਹਨਾਂ ਨੂੰ ਉਹ ਮੈਂ ਇੱਕ ਤਾਂ ਜੇ ਪੇਟੀ ਦੇ ਕਬਜੇ ਨਹੀਂ ਲੱਗੇ ਹੁੰਦੇ ਜਿਹੜੇ ਉੱਤੇ ਸ਼ੋਅ ਨੂੰ ਸ਼ੋਅ ਲੱਗੇ ਨੇ, ਸ਼ੋਏ ਦੀ ਬਿਹਤਰ। जी अस्सलाम वालेकुम, मेरा नाम उस्मान असगर है। मैं अलगाजी ट्रैक्टर्स लिमिटेड कंपनी 'ਚ ਐਜ਼ ਐਗਜ਼ੈਕਟਿਵ ਸਪੇਅਰ ਪਾਰਟਸ ਦੇ ਤੌਰ ਤੇ ਕੰਮ ਕਰ ਰਹੇ ਹਾਂ। ਸਾਡਾ ਮੇਨ ਮਕਸਦ ਹੈ ਕਿ ਸਾਡਾ ਜਿਹੜੇ ਕਿਸਾਨ ਨੇ ਉਹਨਾਂ ਤੱਕ ਜੈਨੂਅਨ ਸਪੇਅਰ ਪਾਰਟਸ, ਫਿਲਟਰਸ ਤੇ ਲੁਬਰੀਕੈਂਟਸ ਇਹਨਾਂ ਦੀ ਰਸਾਈ ਉਹਨਾਂ ਤੱਕ ਮੁਮਕਿਨ ਬਣਾਈ ਜਾਵੇ। ਇਹਦੇ ਵਾਸਤੇ ਅਲਗਾਜ਼ੀ ਟਰੈਕਟਰਸ ਨੇ ਸਭ ਤੋਂ ਬਿਹਤਰੀਨ ਪਾਕਿਸਤਾਨ ਦੇ ਮਲਟੀਨੈਸ਼ਨਲ ਬ੍ਰਾਂਡ ਤੋਂ ਬਲੈਂਡਿੰਗ ਕਰਵਾ ਕੇ ਅਲਗਾਜ਼ੀ ਦੇ ਬ੍ਰਾਂਡ ਨੇਮ ਦੇ ਨਾਲ ਅਸੀਂ ਇਹਨੂੰ ਸਾਡੇ ਕਸਟਮਰਸ ਤੱਕ ਪਹੁੰਚਾਉਂਦੇ ਹਾਂ, ਜਿਹਦੇ 'ਚ ਅਸੀਂ ਆਪਣੇ ਕਸਟਮਰਸ ਨੂੰ ਹਮੇਸ਼ਾ ਹੀ ਕਹਿੰਦੇ ਕਿ 40 ਘੰਟੇ ਦੀ ਜਿਹੜੀ ਪਹਿਲੀ ਸਰਵਿਸ ਹੈ ਉਹਨੂੰ ਯਕੀਨੀ ਬਣਾਓ। ਉਹਦੇ ਬਹੁਤ ਸੇ ਫਵਾਇਦ ਨੇ, ਕਿਉਂਕਿ ਇਹਦੇ 'ਚ ਤੁਸੀਂ ਸਭ ਤੋਂ ਪਹਿਲੇ ਜਿਹੜਾ ਹੈ 15W40 ਜਿਹੜਾ ਨਾਰਮਲੀ ਮਾਰਕੀਟ 'ਚ ਗੋਲਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਉਹ ਅਲਗਾਜ਼ੀ ਦਾ ਵੀ ਗੋਲਡ ਅਵੇਲੇਬਲ ਹੈ ਮਲਟੀਨੈਸ਼ਨਲ ਬ੍ਰਾਂਡ ਤੋਂ, ਜਿਹਨੂੰ CF1540 CI4 ਕਹਿੰਦੇ ਨੇ। ਤੁਸੀਂ ਉਹ ਆਪਣੇ ਨਵੇਂ ਟਰੈਕਟਰਾਂ ਦੇ 40 ਘੰਟੇ ਦੀ ਸਰਵਿਸ 'ਚ ਲਾਜ਼ਮੀ ਇਸਤੇਮਾਲ ਕਰੋ, ਠੀਕ ਹੈ। ਇੱਕ ਆਇਲ ਫਿਲਟਰ ਲੱਗਦਾ ਹੈ, 2 ਡੀਜ਼ਲ ਫਿਲਟਰ ਲੱਗਦੇ ਨੇ, ਉਸ ਤੋਂ ਬਾਅਦ ਹਾਈਡ੍ਰੋਲਿਕ ਫਿਲਟਰ ਨਾਲ ਲੱਗਦਾ ਹੈ ਜਿਹੜਾ ਅਗਰ 850 ਲਿਫਟ ਆਟੋਮੈਟਿਕ ਹੈ। ਉਸ ਤੋਂ ਬਾਅਦ ਜਦੋਂ ਤੁਹਾਡਾ ਟਰੈਕਟਰ ਵਾਰੰਟੀ ਦੇ ਵਿੱਚ ਚੱਲਦਾ ਹੈ, ਤੁਸੀਂ ਹਰ 100 ਘੰਟੇ ਬਾਅਦ ਇੰਜਨ ਆਇਲ ਤੇ ਫਿਲਟਰਸ ਦੀ ਸਰਵਿਸ ਨੂੰ ਯਕੀਨੀ ਬਣਾਓ, ਤੇ ਹਰ 400 ਘੰਟੇ ਤੋਂ ਬਾਅਦ ਹਾਈਡ੍ਰੋਲਿਕ ਆਇਲ ਦੀ ਉਹਨੂੰ ਸਰਵਿਸ ਨੂੰ ਯਕੀਨੀ ਬਣਾਓ। ਇਹਦੇ ਵਾਸਤੇ ਤੁਹਾਡੇ ਡਿਊਰਿੰਗ ਵਾਰੰਟੀ ਜਾਂ ਵਾਰੰਟੀ ਤੋਂ ਬਾਅਦ ਤੁਹਾਨੂੰ ਜਦੋਂ ਵੀ ਸਪੇਅਰ ਪਾਰਟ ਦੀ ਜ਼ਰੂਰਤ ਪੈਂਦੀ ਹੈ, ਜੀ ਅਸਲਾਮ ਵਾਲੇਕੁਮ ਸਰ, ਅਥੋਰਾਈਜ਼ਡ ਡੀਲਰਸ਼ਿਪ ਹੈ, ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਕਿਤੇ ਵੀ ਤੁਹਾਨੂੰ ਸਪੇਅਰ ਪਾਰਟ ਦੀ ਉਹਦੀ ਜ਼ਰੂਰਤ ਹੋਵੇ। ਇਸ ਤੋਂ ਵਾਲੇ ਤੁਹਾਡੇ ਜਿੰਨੇ ਵੀ ਭਾਈ ਨੇ ਕੋਈ ਸਪੇਅਰ ਪਾਰਟ ਦੇ ਮੁਤਲਕ, ਮੋਬਾਈਲ ਦੇ ਮੁਤਲਕ ਕੋਈ ਸਵਾਲਾਤ ਹੋਣ ਤੇ ਉਹ ਪੁੱਛ ਸਕਦੇ ਨੇ। ਭਾਈਜਾਨ ਜਿਹੜਾ ਆਪਣਾ ਅਲਗਾਜ਼ੀ ਅੱਗੇ 65 ਹਾਰਸ ਪਾਵਰ ਚੱਲ ਰਿਹਾ ਹੈ, ਇਹ ਹੈਡ ਗੈਸਕਟ ਕਿਉਂ ਸਾੜਦਾ ਹੈ? ਤੁਸੀਂ ਕੀ ਕਹਿੰਦੇ ਵਾਕਿਆ ਟੂਪਾਂ ਤੋੜਦਾ ਮੈਂ ਤਾਂ 14 ਸਾਲ ਵਾਇਆ ਹੈ, ਨਾ ਉਹਨੂੰ ਟੂਬ ਨੂੰ ਰੌਲਾ ਬਣਿਆ ਹੈ ਤੇ ਨਾ ਉਹਦੇ ਆ ਕੀ ਹੈਡ ਗੈਟਕਸ ਨਾ ਉਹਨੂੰ ਕੋਈ ਰੌਲਾ ਬਣਿਆ ਹੈ। ਜਿਹੜਾ ਅਲਗਾਜ਼ੀ ਹੈਡ ਪਹਿਲੇ ਸਾੜਦਾ ਸੀ ਨਾ ਜੀ, ਹਾਂਜੀ, ਉਹ ਹੁਣ ਨਹੀਂ ਸਾੜਦਾ। ਕੀ ਵਜ੍ਹਾ ਉਹਦੇ ਪਹਿਲੇ ਕਿਉਂ ਸਾੜਦਾ ਸੀ? ਉਹਦੀ ਵਜ੍ਹਾ ਕੀ? ਇਸ ਵਾਸਤੇ ਕਿ ਉਹਦੇ ਬੋਲਟਾਂ ਦੇ ਵਿੱਚ ਕੁਝ ਫਰਕ ਸੀ, ਥੋੜਾ ਜਿਹਾ ਉਹਦੀ ਲੈਂਥ ਕਮ ਸੀ, ਬੋਲਟ ਕਮਜ਼ੋਰ ਸੀ, ਠੀਕ ਹੈ ਜੀ। ਉਹਦੀ ਕਸਾਈ ਪੂਰੀ, ਟਾਰਕ ਉਹਨੂੰ ਨਹੀਂ ਸੀ ਮਿਲਦੀ। ਹੁਣ ਬੋਲਟ ਉਹਦੇ ਅੱਛੇ ਕਰ ਦਿੱਤੇ ਨੇ, ਉਹਦੀ ਟਾਰਕ ਪੂਰੀ ਹੁੰਦੀ ਹੈ। ਹੁਣ ਅਲਗਾਜ਼ੀ ਹੈਡ ਗੈਸਕਟ ਨਹੀਂ ਸਾੜਦਾ ਜੀ। ਇਸ ਤੋਂ ਇਲਾਵਾ ਰੇਡੀਏਟਰ ਦਾ ਵੀ ਹਾਂਜੀ, ਰੇਡੀਏਟਰ ਉਹਦਾ ਅੱਛਾ ਕਰ ਦਿੱਤਾ, ਬਿਹਤਰ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਛੋਟੇ ਮਾਡਲ ਟਰੈਕਟਰ ਨੇ, ਪਹਿਲੇ ਛੋਟਾ ਰੇਡੀਏਟਰ ਹੁੰਦਾ ਸੀ, ਹੁਣ ਉਹਦੇ 640 ਰੇਡੀਏਟਰ, ਹੁਣ ਅਸੀਂ ਉਹਨੂੰ ਵੱਡਾ ਰੇਡੀਏਟਰ ਲਾ ਦਿੱਤਾ। ਉਸ ਤੋਂ ਬਾਅਦ ਜਿਹੜਾ ਮਤਲਬ ਕਿ ਸਾਡੇ ਟਰੈਕਟਰ ਭਾਈ ਇਹਨਾਂ ਸਵਾਲ ਕੀਤਾ ਕਿ ਹਾਂ ਅਲਗਾਜ਼ੀ ਅੱਗੋਂ ਬੜਾ ਉੱਠਦਾ, ਉਹ ਟਰੈਕਟਰ ਹੁਣ ਨਹੀਂ ਉੱਠੇਗਾ ਜੀ। ਇਸ ਵਾਸਤੇ ਕਿ ਉਹਦੇ ਵਿੱਚ ਚੇਂਜਿੰਗ ਕਰ ਦਿੱਤੀ, ਉਹਦੇ ਵਿੱਚ ਵੀ ਸਪੇਸਰ ਪਾ ਦਿੱਤਾ ਗਿਆ, ਅੱਗੇ weight ਲਾ ਦਿੱਤੇ ਗਏ ਨੇ। ਜਿਹੜਾ 2026 ਮਾਡਲ ਲੱਗੇ ਆਣਗੇ ਉਹਦੇ ਵਿੱਚ ਸਪੇਸਰ ਪਾ ਕੇ ਲੈਂਥ ਹੁੰਦੀ ਵਧਾ ਦਿੱਤੀ ਗਈ ਹੈ, ਠੀਕ ਹੈ ਜੀ। ਹਾਂਜੀ, ਉਹਦੀ ਲੈਂਥ ਵਧਾ ਦਿੱਤੀ ਗਈ ਨਹੀਂ। ਉਹਦੇ ਵਿੱਚ ਸਪੈਸ਼ਲ ਐਡੀਸ਼ਨ ਇੱਕ ਲਾਂਚ ਕੀਤਾ ਹੈ ਗਾਜ਼ੀ 65 ਵਿੱਚ, ਉਹ ਉਹਦੇ ਵਿੱਚ ਕੁਝ ਮਿਨੀਮਮ ਪ੍ਰਾਈਸ ਦਾ ਫਰਕ ਹੈ। ਰੈਗੂਲਰ ਸਾਰੇ ਤੁਸੀਂ ਉਹ ਕਰ ਦਿਓ, ਆਪਸ਼ਨ ਰੱਖੋ ਹੀ ਨਾ। ਇਹ ਵੇਖੋ ਵੀ ਅੱਗੇ ਜਿਹੜਾ 480 ਹੈਗਾ ਸੀ, ਉਹ ਛੋਟਾ ਜਿਹਾ ਟਰੈਕਟਰ ਸੀ, ਉਹਨੂੰ ਟਰਾਲੇ 'ਚ ਪਾਉਂਦੇ ਉੱਠਦਾ ਨਹੀਂ ਸੀ, ਉਹ ਬੜੀ ਮਜਬੂਰੀ ਨਾਲ ਹੀ ਭਾਵੇਂ ਉੱਠੇ। ਇਹ ਹੁਣ ਜਦੋਂ ਅਲਗਾਜ਼ੀ ਮੈਂ 14 ਸਾਲ ਵਾਇਆ, 7 ਸਾਲ ਪਹਿਲੂ ਲੈ ਕੇ ਵਾਇਆ, ਫਿਰ ਨਵਾਂ ਲਿਆ, ਫਿਰ 7 ਸਾਲ ਵਾਇਆ। ਇਹ ਅਲਗਾਜ਼ੀ ਮੈਨੂੰ ਤੇ ਇੱਥੋਂ ਹੀ ਹੈ ਵੀ ਇਹ ਜਿਹੜਾ ਹੈ ਨਾ ਅੱਗੋਂ ਮਗਰ ਵਜ਼ਨ ਪਾਈ ਉੱਠਦਾ ਕਿਉਂ? ਹੁਣ ਤੁਸੀਂ ਅਲਗਾਜ਼ੀ ਲਵੋ, ਹੁਣ ਨਹੀਂ ਉੱਠੇਗਾ ਇਨਸ਼ਾਅੱਲਾ। ਤੁਸੀਂ ਡੈਮੋ ਕਰਨੀ ਹੈ? ਨਹੀਂ, ਕਿਹਾ ਉਹਦੇ ਟਾਇਰ ਵੱਡੇ ਸੀ ਤਾਂ ਉਹ ਉੱਠਦਾ ਸੀ ਜਾਂ ਹੋਰ ਕੋਈ ਵਜ੍ਹਾ ਸੀ? ਟਾਇਰ ਦਾ ਦੇਖੋ ਨਾ, ਟਾਇਰ ਉਹਦੇ ਵੱਡੇ ਸੀ, ਲੈਂਥ ਉਹਦੀ ਬਹੁਤ ਛੋਟੀ ਸੀ, ਅੱਗੋਂ ਬਿਲਕੁਲ ਹੌਲਾ ਸੀ। ਉਹਦੇ ਜਿਹੜੇ ਦੇਖੋ ਨਾ ਦੂਸਰੇ ਟਰੈਕਟਰ ਜਿਹੜੇ ਦੂਸਰੀਆਂ ਕੰਪਨੀਆਂ ਦੇ ਨੇ, ਉਹਦੇ ਮੁਤਾਬਕ ਉਹਦੇ ਅੱਗੇ weight ਕਮ ਸੀ, ਜਿਹਦੀ ਵਜ੍ਹਾ ਤੋਂ ਬਹੁਤ ਜਲਦੀ ਉੱਠ ਜਾਂਦਾ ਸੀ। ਇਹ ਆਪਣਾ ਫੀਟ ਟੂਪਾਂ ਵੀ ਤੋੜਦਾ ਜੀ। ਇਹ ਹੁਣ ਟੂਪਾਂ ਨਹੀਂ ਤੋੜਦਾ ਜੀ। ਟਿਊਬਾਂ ਵਾਸਤੇ SG ਆਇਰਨ ਦੀਆਂ ਟਿਊਬਸ ਜਿਹੜੀਆਂ ਨੇ ਹੁਣ ਕੰਪਨੀ ਇਸਤੇਮਾਲ ਕਰ ਰਹੀ ਹੈ। ਜੀ ਸਰ, ਨਹੀਂ ਸਰ ਟਿਊਬ ਨਹੀਂ ਸਰ, ਵੇਟ ਸੀ ਨਹੀਂ ਸਰ। ਬਜ਼ੁਰਗੋ ਟਿਊਬ ਦਾ ਵੈਸੇ ਕੀ ਹੁੰਦਾ, ਚਲੋ ਤੁਸੀਂ ਕੀ ਕਹਿੰਦੇ ਗੱਡੀ ਵਾਕਿਆ ਟੂਪਾਂ ਤੋੜਦਾ? ਮੈਂ ਤਾਂ 14 ਸਾਲ ਵਾਇਆ ਹੈ, ਨਾ ਉਹਨੂੰ ਟੂਬ ਨੂੰ ਰੌਲਾ ਬਣਿਆ ਹੈ ਤੇ ਨਾ ਉਹਦੇ ਆ ਨੈਕਸਟ ਕੀ ਟਾਈਮ ਸੱਦਿਆ ਐਡ ਆਨ ਕਰਾਂਗੇ। ਹੈਡ ਗੈਟਕਸ ਨਾ ਉਹਨੂੰ ਕੋਈ ਰੌਲਾ ਬਣਿਆ ਹੈ। ਹਾਲੇ ਉਹ ਕੰਪਨੀ ਕਹਿ ਰਹੀ ਹੈ ਵੀ ਅਸੀਂ ਮਜ਼ੀਦ ਉਹਨੂੰ ਜਿਹੜਾ ਨਾ ਅੱਛਾ ਕਰ ਦਿੱਤਾ। ਹਾਂਜੀ,
ਐਸਜੀ ਆਇਰਨ ਕਰ ਦਿੱਤਾ ਐਸਜੀ ਆਇਰਨ ਦੀ ਟਿਊਬ ਕਰਦੇ ਉਹ ਕਿਹੜਾ ਮਟੀਰੀਅਲ ਹੈ ਜੀ ਇਹ ਵੀ ਦੱਸਦੇ ਚਲੋ ਜ਼ਰਾ ਕਿਉਂਕਿ ਕਾਫੀ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਦੇਗ ਤੇ ਸਟੀਲ ਮਿਕਸ ਕੀਤੀ ਗਈ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਬਜ਼ੁਰਗੋ ਵੀ ਉਹ ਕਹਿੰਦੇ ਨੇ ਵੀ ਅਸੀਂ ਦੇਗ ਤੇ ਸਟੀਲ ਹੁਣ ਮਿਕਸ ਕਰ ਦਿੱਤਾ ਹੈ ਅੱਗੇ ਨਾਲੋਂ ਵੀ ਬਿਹਤਰ ਕਰ ਦਿੱਤਾ ਹੈ ਹਾਂਜੀ ਜਿਹੜਾ ਇਹ ਹਾਂ ਅੱਛਾ ਯਾਰ ਇੱਕ ਮਿੰਟ ਨਾ ਸੁਣੋ ਇਸ ਭਾਈ ਦਾ ਸਵਾਲ ਇਹਨੇ ਆ ਜਾ ਮੈਨੂੰ ਕੀਤਾ ਹੈ ਮੇਰੇ ਕੋਲ ਟਰੈਕਟਰ ਮਹੀਨਾ ਹੋ ਗਿਆ ਚੱਲਦਾ ਪਿਆ ਹੈ ਉਹਨੇ ਆ ਕੇ ਵੇਖਿਆ ਉਹਨੇ ਟਰੈਕਟਰ ਤੇ ਮੈਨੂੰ ਸਵਾਲ ਕੀਤਾ ਹੈ, ਉਹ ਕਾਰ ਮੀਆਂ ਤੂੰ ਉਹਨਾਂ ਨੂੰ ਉਹ ਮੇਰੇ ਇੱਕ ਤਾਂ ਜੇ ਪੇਟੀ ਦੇ ਕਬਜੇ ਨਹੀਂ ਲੱਗੇ ਹੁੰਦੇ ਜਿਹੜੇ ਉੱਤੇ ਸ਼ੋਅ ਨੂੰ ਲਾਏ ਸ਼ੋਅ ਲੱਗੇ ਨੇ ਸ਼ੋਅ ਦੀ ਬਿਹਤਰ ਕਰੋ 85 ਦੀ ਸ਼ੋਅ ਸੋਹਣੀ ਹੈ ਤਾਂ ਇਹਦੀ ਵਿਕਰੀ ਜ਼ਿਆਦਾ ਹੈ ਸੋਹਣਾ ਨਹੀਂ ਲੱਗਦਾ ਠੀਕ ਹੈ ਜਿਹੜੇ ਉੱਤੇ ਉਹ ਕਬਜ਼ੇ ਜੇ ਨਹੀਂ ਲਾਏ ਹੋਏ ਸ਼ੋਅ ਨੂੰ ਅੰਡਰਗਰਾਉਂਡ ਕਰੋ ਬਈ। ਬ੍ਰੇਕ ਤੇ ਰੇਸ ਹੈ ਇਹ ਥੋੜੀ ਜਿਹੀ ਅੱਗੇ ਤੋਰੋ ਵੀ ਜਿੱਥੇ ਐ ਬਾਈ ਦਾ ਨਾ ਡਰਾਈਵਰ ਦੀ ਲੱਤ ਇੱਥੇ ਰਹਿੰਦੀ ਚਲਾਉਣ ਵਾਲੇ ਐਂ ਕਰਕੇ ਐਂ ਰਹਿੰਦਾ ਇਹ ਦੋ ਲੋਕ ਸੈਣ ਹੁਣ ਤੁਸੀਂ ਸ਼ੋਅ ਦਾ ਹਿਸਾਬ ਲਾਓ ਜੀ ਦੋਵੇਂ ਨੁਕਸ ਦੂਰ ਕਰ ਦਿੱਤੇ ਗਏ ਨੇ ਜਿਹੜਾ ਹੈ ਨਾ 26 ਮਾਡਲ ਆਇਆ ਉਹ ਲੈਂਥ ਵਾਈਜ਼ ਲੰਮਾ ਕਰਕੇ ਉਹਦਾ ਜਿਹੜਾ ਬ੍ਰੇਕ ਦਾ ਪੈਡਲ ਹੈਗਾ ਜਿਹੜਾ ਉਹਦਾ ਕਲਚ ਦਾ ਪੈਡਲ ਹੈਗਾ ਰੇਸ ਉਹਦੇ ਜੇ ਡਿਫਰੈਂਸ ਦੇਤਾ ਗਿਆ ਹੈ। ਜੇ ਇਸ ਹਿਸਾਬ ਨਾਲ ਬੰਦੇ ਦਾ ਪੂਰਾ ਗੋਡਾ ਜਿਹੜਾ ਸਿੱਧਾ ਰਹੇਗਾ ਉਵੇਂ ਟੇਢਾ ਨਹੀਂ ਰਹੇਗਾ ਹੁਣ ਪਹਿਲੇ ਦੂਸਰਾ ਜਿਹੜਾ ਰੇਸ ਵਾਲਾ ਸਿਸਟਮ ਹੈ ਨਾ ਰੇਸ ਉਹ ਵੀ ਥੋੜੀ ਫਾਸਟ ਜਿਹੜੀ ਰੇਸ ਹੈ ਉਹ ਬਣੀ ਹੋਈ ਐਡੀ ਐਵੇਂ ਮਲੂਮ ਹੀ ਨਹੀਂ ਹੁੰਦੀ ਜਿਵੇਂ ਮੌਕਾ ਨਹੀਂ ਨਿਕਲਿਆ ਹੁੰਦਾ ਬੰਦੇ ਨੂੰ ਮੌਕਾ ਨਿਕਲਿਆ ਟਰੈਕਟਰ ਨੂੰ ਜਿਵੇਂ ਮੌਕਾ ਨਿਕਲਿਆ ਹੁੰਦਾ ਹੈ ਉਹ ਉਵੇਂ ਲੱਗਦੀ ਅਗਲੇ ਆਉਣ ਵਾਲੇ ਕਮ ਸੇ ਕਮ ਜਿਵੇਂ ਰੂਸੀ ਦੀ ਰੇਸ ਹੈ ਵੱਡੀ ਉਵੇਂ ਪੈਡਲ ਲਾਓ ਵੱਡਾ ਉਹ ਖਰਚਾ ਐਡਾ ਕੋ ਨਹੀਂਗਾ ਛੋਟਾ ਜਿਹਾ ਸਿਸਟਮ ਉਹਨੂੰ ਪੈਡਲ ਲਾ ਦਿਓ ਰੂਸੀ ਤਰ੍ਹਾਂ ਪੈਡਲ ਲੱਗਾ ਹੋਵੇ ਆਰਾਮ ਨਾਲ ਜਨਾਬ ਰੇਸ ਦਾ ਪਤਾ ਲੱਗੇ ਹੋ ਜਾਵੇ ਦੂਸਰੇ ਨੰਬਰ ਤੇ ਭਾਈ ਕੋਈ ਵੀ ਹੈਗਾ ਨਾ ਜਿਹੜਾ ਛੋਟਾ ਮੇਰਾ ਭਾਈ ਟਰੈਕਟਰ ਅੱਛਾ ਮੈਂ ਹੁਣ ਅਸੀਂ 1 ਮਹੀਨਾ ਇਹਨੂੰ ਚਲਾਇਆ ਟਰੈਕਟਰ ਨੂੰ ਅਸੀਂ ਇਹਦੇ ਤੇ 300 350 ਤੋੜਾ ਵਾਹਨ ਚ ਪਾ ਕੇ 600 ਮਣ ਵਜ਼ਨ ਪਾ ਕੇ ਕੱਢਿਆ ਜਿੱਥੇ 85 ਰੂਸੀ ਛੱਡ ਜਾਂਦੇ ਸੀ ਉੱਥੇ ਕੱਢ ਕੇ ਲੈ ਆਉਂਦੇ ਅਸੀਂ ਐਵੇਂ ਆਖੀ ਵੀ ਨਹੀਂ ਅਸੀਂ ਮੇਰੇ ਪੱਲੇਦਾਰ ਵੀ ਨੇ ਸਾਰੇ ਨੇ ਇੱਥੇ ਬੈਠੇ ਨੇ ਅਸੀਂ ਉਹ ਕੱਢ ਤੇ ਲੈ ਆਉਂਦੇ ਰਹੇ ਟਰਾਲੇ ਤੇ ਇਹਦਾ ਨਾ ਅਸੀਂ ਬ੍ਰੇਕ ਪੈਡਲ ਕਲਚ ਪੈਡਲ ਜੀ ਜੀ ਐਕਸੀਲੇਟਰ ਪੈਡਲ ਜੀ ਜੀ ਇਹ ਅਸੀਂ ਇਹਦਾ ਬਹੁਤ ਬਿਹਤਰ ਕਰ ਦਿੱਤਾ ਉੱਪਰ ਕਲਚ ਜਿਹੜਾ ਬ੍ਰੇਕ ਪੈਡਲ ਹੈ ਉਹਦੀ ਐਡੀ ਚੌੜੀ ਉੱਪਰ ਜਿਹੜੀ ਨਾ ਉਹ ਪੈਰ ਰੱਖਣ ਦੀ ਪੂਰੀ ਜਗ੍ਹਾ ਬਣਾ ਦਿੱਤੀ ਪਾਇਦਾਨ ਚੰਗਾ ਭਲਾ ਵੱਡਾ ਨਵਾਂ ਜਰਾ ਮਾਡਲ ਆ ਰਿਹਾ ਕਲਚ ਪੈਡਲ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਉਹ ਸਿਸਟਮ ਬਿਹਤਰ ਕਰ ਦਿੱਤਾ ਗਿਆ ਪੈਡਲ ਦੀ ਲੈਂਥ ਲੰਬੀ ਕਰ ਦਿੱਤੀ ਗਈ ਹੈ ਜਿਹੜੇ ਛੋਟੇ ਟਰੈਕਟਰ ਨੇ ਅੱਗੇ ਉੱਤੇ ਬੈਠਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਥੋੜੀ ਜੀ ਉਹਦੇ ਵਿੱਚ ਸਪੇਸਰ ਪਾ ਕੇ ਟਰੈਕਟਰ ਦੀ ਉਹ ਜਗ੍ਹਾ ਬਣਾ ਦਿੱਤੀ ਗਈ ਹੈ ਕਿ ਜਿਹਦੇ ਤੇ ਬੰਦਾ ਦੌੜ ਕੇ ਵੀ ਚੜ ਸਕਦਾ ਹੈ ਠੀਕ ਹੈ ਜੀ ਉਸ ਤਰ੍ਹਾਂ ਉਹਦੇ ਪੈਡਲ ਵੀ ਬਿਹਤਰ ਕਰ ਦਿੱਤੇ ਗਏ ਨੇ ਐਕਸੀਲੇਟਰ ਪੈਡਲ ਵੀ ਬ੍ਰੇਕ ਪੈਡਲ ਤੇ ਕਲਚ ਪੈਡਲ ਉਸ ਤੋਂ ਬਾਅਦ ਜਿਹੜੇ ਲੈਂਕਾਂ ਨੇ ਉਹਨਾਂ ਨੂੰ ਅੰਦਰ ਬਾਹਰ ਵੀ ਸੰਗਲੀਆਂ ਪਾਓ ਜਿਵੇਂ 85 ਨੂੰ ਅੰਦਰੋਂ ਸੰਗਲੀਆਂ ਬਾਹਰੋਂ ਵੀ ਤੇ ਅੰਦਰੋਂ ਵੀ ਉਹ ਪਤਾ ਕੀ ਹੁੰਦਾ ਹੈ ਉਹ ਬਾਹਰ ਵੱਜਦੇ ਟਾਇਰ ਖਰਾਬ ਹੁੰਦੇ ਨੇ ਉਹਨੂੰ ਅੰਦਰ ਸੰਗਲੀਆਂ ਪਾਓ ਉਹਦੇ ਤੇ ਵਰਕਿੰਗ ਚੱਲ ਰਹੀ ਹੈ ਸਿੰਗਲਾਂ ਦੇ ਨਾ ਵਰਕਿੰਗ ਚੱਲਦੀ ਪਈ ਹੈ